He went to Queen Kaushalya to receive her blessings before leaving the city. ਹੁਣ ਸ਼੍ਰੀ ਰਾਮ ਚੰਦਰ ਜੀ ਜਿਹੜੇ ਹੈ ਜਦੋਂ ਉਹ 14 ਵਰਸ਼ ਦੇ ਬਨਵਾਸ 'ਤੇ ਜਾਣਾ ਹੁੰਦਾ ਤਾਂ ਉਸ ਤੋਂ ਪਹਿਲਾਂ ਸ਼ਹਿਰ ਛੱਡਣ ਤੋਂ ਪਹਿਲਾਂ ਉਹ ਮਾਤਾ ਕੌਸ਼ਲਿਆ ਨੂੰ ਮਿਲਣ ਜਾਂਦੇ ਆ। ਸੀਤਾ ਵਾਜ਼ ਐਕਸਪੈਕਟਿੰਗ ਰਾਮਾ ਟੂ ਰਿਟਰਨ ਇਨ ਅ ਚੈਰਿਟ ਵਿਦ ਦ ਰਾਇਲ ਅੰਬਰੇਲਾ। ਸੀਤਾ ਜਿਹੜੀ ਸੀ ਉਹ ਚੈਰਿਟ ਯਾਨੀ ਕਿ ਜਿਹੜਾ ਰੱਥ ਹੁੰਦਾ ਹੈ ਰਾਜੇ ਮਹਾਰਾਜੇ ਜੀ ਦੇ 'ਤੇ ਬੈਠ ਕੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ, ਉਹ ਚੈਰਿਟ ਵਿੱਚ ਬੈਠੀ ਸੀ ਅਤੇ ਉਹ ਅੰਡਰ ਜਿਹੜਾ ਸੀ ਰਾਇਲ ਅੰਬਰੇਲਾ ਸ਼ਾਹੀ ਛੱਤਰੀ ਜਿਹੜੀ ਸੀ ਉਹਦੇ 'ਤੇ ਲੱਗੀ ਹੋਈ ਸੀ। ਫੋਲੋਡ ਬਾਏ ਅ ਗ੍ਰੇਟ ਰਿਟਿਊਨ। ਉਹਦੇ ਜਿਹੜੇ ਸੀ ਘੋੜੇ ਬਹੁਤ ਗ੍ਰੇਟ ਸੀਗੇ, ਮਹਾਨ ਘੋੜੇ ਸੀਗੇ। ਬਟ ਨਾਓ ਸ਼ੀ ਸਾ ਰਾਮਾ ਰਿਟਰਨ ਅਲੋਨ ਅਨਅਟੈਂਡਡ। ਬਟ ਹੁਣ ਉਹਨੇ ਦੇਖਿਆ ਕਿ ਰਾਮਾ ਜਿਹੜਾ ਉਹ ਇਕੱਲਾ ਹੀ ਆ ਰਿਹਾ ਅਤੇ ਉਹਦੇ ਨਾਲ ਕੋਈ ਵੀ ਜਿਹੜਾ ਅਟੈਂਡੈਂਟ ਉਹਦਾ ਨਾਲ ਨਹੀਂ ਹੈ। ਰਾਮਾ ਵਾਜ਼ ਥਿੰਕਿੰਗ ਐਜ਼ ਹੀ came how he could break to his beloved the news that his father had decreed that he was to go to forest। ਹੁਣ ਰਾਮ ਜਿਹੜਾ ਸੀ ਉਹ ਇਹ ਸੋਚ ਰਿਹਾ ਸੀ ਕਿ ਮੈਂ ਇਹ ਨਿਊਜ਼ ਕਿਵੇਂ ਦੇਵਾਂ ਸੀਤਾ ਨੂੰ ਕਿ ਉਹਦੇ ਫਾਦਰ ਜਿਹੜੇ ਹੈਗੇ ਉਹਨਾਂ ਨੇ ਮਤਲਬ ਉਹਨੂੰ ਫੋਰੈਸਟ ਵਿੱਚ ਜਾਣ ਦੀ ਲਈ ਕਿਹਾ। ਸਮਥਿੰਗ ਟਰਬਲਸ ਦ ਮਾਈਂਡ ਆਫ ਮਾਈ ਲੋਰਡ ਥੋਟ ਸੀਤਾ। ਸੀਤਾ ਦੇ ਦਿਮਾਗ 'ਚ ਇਹ ਗੱਲ ਚੱਲ ਰਹੀ ਸੀ ਕਿ ਕੋਈ ਗੱਲ ਹੈ ਜੋ ਰਾਮ ਨੂੰ ਪਰੇਸ਼ਾਨ ਕਰ ਰਹੀ ਹੈ। ਬਟ ਵਟ ਕੈਨ ਐਨੀਥਿੰਗ ਮੈਟਰ ਸੋ ਲੌਂਗ ਦੇਅਰ ਇਜ਼ ਆਵਰ ਲਵ। ਕੋਈ ਵੀ ਚੀਜ਼ ਹੋਵੇ, ਕੋਈ ਵੀ ਮੈਟਰ ਹੋਵੇ, ਪਰ ਸਾਡਾ ਜਿਹੜਾ ਪਿਆਰ ਹੈ ਉਹ ਹਮੇਸ਼ਾ ਬਣਿਆ ਰਹੇਗਾ। ਐਂਡ ਸ਼ੀ ਆਸਕ ਹਿਮ ਵਟ ਇਜ਼ ਦਾ ਮੈਟਰ। ਅਤੇ ਉਹਨੇ ਪੁੱਛਿਆ, ਸੀਤਾ ਨੇ ਪੁੱਛਿਆ ਸ਼੍ਰੀ ਰਾਮ ਚੰਦਰ ਜੀ ਨੂੰ ਕਿ ਕੀ ਗੱਲ ਹੈ। ਵਾਈ ਡੂ ਯੂ ਲੁੱਕ ਸੋ ਸਟ੍ਰੇਂਜਲੀ। ਤੁਸੀਂ ਇੰਨਾ ਅਜੀਬ ਕਿਉਂ ਦਿਖ ਰਹੇ ਹੋ। ਰਾਮਾ ਟੋਲਡ ਦਾ ਸਟੋਰੀ ਬਰੀਫਲੀ ਐਂਡ ਦੈਨ ਐਡਡ, ਪ੍ਰਿੰਸੈਸ ਮਾਈ ਲਵ I can well imagine your sorrow at my parting company with you। ਉਹ ਕਹਿੰਦੇ ਕਿ ਸਾਰੀ ਜਦੋਂ ਸਟੋਰੀ ਦੱਸਦੇ ਹੈ ਸ਼੍ਰੀ ਰਾਮ ਚੰਦਰ ਜੀ ਤਾਂ ਉਹ ਸੀਤਾ ਨੂੰ ਕਹਿੰਦੇ ਹੈ ਕਿ ਮਤਲਬ ਮੈਂ ਇਮੈਜਿਨ ਕਰ ਸਕਦਾ ਕਿ ਤੂੰ ਇਹ ਸਟੋਰੀ ਸੁਣ ਕੇ ਕਿੰਨੀ ਜ਼ਿਆਦਾ ਦੁਖੀ ਹੈ ਵੀ ਮੈਂ ਤੇਰੇ ਤੋਂ ਦੂਰ ਜਾਣ ਲੱਗਾ। ਕਿੰਗ ਜਨਕਸ ਡਾਟਰ ਰਿਕੁਆਇਰਸ ਨਾਟ ਮਾਈ ਗਾਈਡੈਂਸ ਇਨ ਪਰਫੋਰਮਿੰਗ ਹਰ ਡਿਊਟੀ। ਜਿਹੜੀ ਸੀਤਾ ਜੀ ਹੈ ਉਹ ਜਨਕ ਜੀ ਦੀ ਪੁੱਤਰੀ ਹੈ। ਉਹ ਕਹਿੰਦੇ ਵੀ ਰਾਜਾ ਜਨਕ ਦੀ ਜਿਹੜੀ ਬੇਟੀ ਹੈ ਉਹਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਗਾਈਡੈਂਸ ਦੀ ਲੋੜ ਨਹੀਂ ਆਪਣੇ ਕੰਮਕਾਰ ਕਰਨ ਲਈ। ਬੀ ਥੋਟਫੁਲ ਆਫ ਦਾ ਕੰਫਰਟ ਆਫ ਦਾ ਕਿੰਗ ਐਂਡ 3 ਕੁਈਨਸ ਯੂਅਰ ਮਦਰਸ। ਵੀ ਮੇਰੇ ਪਿੱਛੋਂ ਜਿਹੜਾ ਉਹ ਰਾਜੇ ਦੇ ਕੰਫਰਟ ਦਾ ਧਿਆਨ ਰੱਖਣਾ ਅਤੇ ਜਿਹੜੀਆਂ 3 ਰਾਣੀਆਂ ਜਿਹੜੀਆਂ ਕਿ ਤੁਹਾਡੀ ਮਦਰ ਹੈ ਉਹਨਾਂ ਦਾ ਵੀ ਧਿਆਨ ਰੱਖਣਾ। ਡੂ ਨੋਟ ਐਕਸਪੈਕਟ ਐਨੀ ਬੈਟਰ ਟਰੀਟਮੈਂਟ ਦੈਨ ਦੈਟ ਗਿਵਨ ਟੂ ਦ ਅਦਰ ਪ੍ਰਿੰਸੈਸ ਇਨ ਦਾ ਪੈਲੇਸ। ਤੁਸੀਂ ਇਹ ਨਹੀਂ ਸੋਚਣਾ ਕਿ ਜਿਹੜੀਆਂ ਬਾਕੀ ਕੁਈਨਸ ਹੈਗੀਆਂ ਪੈਲੇਸ ਦੇ ਵਿੱਚ ਬਾਕੀ ਪ੍ਰਿੰਸੈਸ ਹੈ ਉਹਨਾਂ ਤੋਂ ਵਧੀਆ ਟਰੀਟਮੈਂਟ ਤੁਹਾਨੂੰ ਮਿਲੇਗਾ। ਬੀ ਰਿਸਪੈਕਟਫੁਲ ਟੂ ਭਰਤਾ। ਚਾਹੇ ਭਰਤ ਜਿਹੜਾ ਉਹ ਹੁਣ ਮੇਰੀ ਜਗ੍ਹਾ 'ਤੇ ਗੱਦੀ 'ਤੇ ਬੈਠੇਗਾ ਪਰ ਉਹਨੂੰ ਪੂਰੀ ਰਿਸਪੈਕਟ ਦੇਣੀ ਹੈ। ਹੂ ਵਿਲ ਬੀ ਦਾ ਰੂਲਰ ਆਫ ਐਂਡ ਗਾਰਡ ਅਗੇਂਸਟ ਐਨੀ ਓਫੈਂਸ ਟੂ ਹਿਜ਼ ਫੀਲਿੰਗਸ। ਅਤੇ ਉਹ ਹਮੇਸ਼ਾ ਤੁਹਾਡੀ ਰਕਸ਼ਾ ਕਰੇਗਾ। Your love for me I trust will not grow any less during this absence। ਜਦੋਂ ਮੈਂ 14 ਸਾਲ ਲਈ ਬਾਹਰ ਹੋਵਾਂਗਾ ਤਾਂ ਮੈਂ ਉਮੀਦ ਕਰਦਾ ਕਿ ਤੁਹਾਡਾ ਜਿਹੜਾ ਟਰਸਟ ਹੈ, ਵਿਸ਼ਵਾਸ ਜਿਹੜਾ ਹੈ ਉਹ ਮੇਰੇ 'ਤੇ ਕਦੀ ਵੀ ਘੱਟ ਨਹੀਂ ਹੋਏਗਾ। I shall return from forest after these 14 years। ਅਤੇ ਮੈਂ 14 ਸਾਲ ਬਾਅਦ ਵਾਪਿਸ ਘਰ ਆਵਾਂਗਾ ਫੋਰੈਸਟ ਦੇ ਵਿੱਚੋਂ। When Sita heard all this she spoke thus। ਜਦੋਂ ਸੀਤਾ ਨੇ ਇਹ ਗੱਲ ਸਾਰੀ ਸੁਣੀ ਤਾਂ ਉਹਨੇ ਕਿਹਾ A fine speech you have made, O knower of dharma। ਵੀ ਤੁਸੀਂ ਧਰਮ ਦੇ ਗਿਆਤਾ ਹੋ, ਤੁਸੀਂ ਬਹੁਤ ਵਧੀਆ ਸਪੀਚ ਦਿੱਤੀ। It is to me strange doctrine that wife is divorced from her husband and that his duty is not hers। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਇਹ ਬੜੀ ਅਜੀਬ ਜੀ ਗੱਲ ਲੱਗੀ ਤੁਹਾਡੀ ਜਿਹੜੀ ਥਿਅਰੀ ਹੈਗੀ ਹੈ ਕਿ ਇੱਕ ਵਾਈਫ ਜਿਹੜੀ ਹੈ ਉਹ ਆਪਣੇ ਹਸਬੈਂਡ ਤੋਂ ਦੂਰ ਰਵੇ ਅਤੇ ਕੀ ਵਾਈਫ ਦਾ ਨਾਲ ਰਹਿਣਾ ਉਹਦੀ ਡਿਊਟੀ ਨਹੀਂ ਹੈਗੀ। ਐਂਡ ਦੈਟ ਇਜ਼ ਸੋ ਰਾਈਟ ਟੂ ਸ਼ੇਅਰ ਇਟ। ਅਤੇ ਹਰ ਇੱਕ ਦੁੱਖ ਸੁੱਖ ਵਿੱਚ ਅਸੀਂ ਇੱਕ ਦੂਜੇ ਦੇ ਭਾਗੀਦਾਰ ਹੈਗੇ ਹਾਂ। ਆਈ ਕੈਨ ਨੈਵਰ ਐਕਸੈਪਟ ਦਿਸ। ਮੈਂ ਇਸ ਚੀਜ਼ ਨੂੰ ਕਦੀ ਵੀ ਸਵੀਕਾਰ ਨਹੀਂ ਕਰਾਂਗੀ। ਆਈ ਹੋਲਡ ਦੈਟ ਯੂਅਰ ਫੋਰਚੂਨਸ ਆਰ ਮਾਈਨ। ਜੇ ਤੇਰੀ ਕਿਸਮਤ ਵਿੱਚ ਦੁੱਖ ਆ ਗਏ ਤਾਂ ਹੁਣ ਮੈਂ ਵੀ ਤੇਰੀ ਕਿਸਮਤ ਦੇ ਵਿੱਚ ਤੇਰੇ ਦੁੱਖ ਦੇ ਵਿੱਚ ਭਾਗੀ ਬਣਾਂਗੀ। ਐਂਡ ਇਫ ਰਾਮਾ ਹੈਜ਼ ਟੂ ਗੋ ਟੂ ਦਾ ਫੋਰੈਸਟ
ਦ ਕਮਾਂਡ ਆਲਸੋ ਇਨਕਲੂਡ ਸੀਤਾ। ਜੇ ਰਾਮ ਨੇ ਜਾਣਾ ਹੈ ਫੋਰੈਸਟ ਦੇ ਵਿੱਚ ਤਾਂ ਸੀਤਾ ਵਾਸਤੇ ਵੀ ਇਹੀ ਆਦੇਸ਼ ਹੈ। ਹੂ ਇਜ਼ ਪਾਰਟ ਆਫ ਹਿਮ, ਜਿਹੜਾ ਕਿ ਉਹਦਾ ਹੀ ਹਿੱਸਾ ਹੈ। ਆਈ ਸ਼ੈਲ ਵਾਕ ਇਨ ਫਰੰਟ ਆਫ ਯੂ ਇਨ ਦ ਫੋਰੈਸਟ ਐਂਡ tread on the thorns and the hard ground to make them smooth for your feet। ਮੈਂ ਤੁਹਾਡੇ ਨਾਲ ਫੋਰੈਸਟ ਵਿੱਚ ਜਾਵਾਂਗੀ ਅਤੇ ਤੁਹਾਡੇ ਅੱਗੇ ਅੱਗੇ ਚੱਲਾਂਗੀ ਅਤੇ ਜਿਹੜੇ ਤੁਹਾਡੇ ਰਸਤੇ ਵਿੱਚ ਕੰਢੇ ਹੋਣਗੇ ਉਹਨਾਂ ਨੂੰ ਕੰਢਿਆਂ ਨੂੰ ਸਾਈਡ 'ਤੇ ਕਰਕੇ ਸਮੂਥ ਬੈੱਡ ਤੁਹਾਡੇ ਲਈ, ਯਾਨੀ ਕਿ ਸਮਤਲ ਜਿਹੜੀ ਬਿਨਾਂ ਕੰਢਿਆਂ ਵਾਲੀ ਜ਼ਮੀਨ ਹੈ ਉਹ ਤਿਆਰ ਕਰਾਂਗੀ, ਤਾਂ ਕਿ ਤੁਹਾਡੇ ਪੈਰ ਜਿਹੜੇ ਉੱਥੇ ਪੈ ਸਕਣ ਅਤੇ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਵੀ ਪ੍ਰੋਬਲਮ ਨਾ ਹੋਵੇ। ਡੂ ਨਾਟ ਥਿੰਕ ਦੈਟ ਆਈ ਐਮ obstinate। ਇਹ ਨਾ ਸੋਚੋ ਕਿ ਮੈਂ ਕੋਈ ਢੀਠਤਾ ਕਰ ਰਹੀ ਹਾਂ ਜਾਂ ਜ਼ਿੱਦ ਕਰ ਰਹੀ ਹਾਂ। ਮਾਈ ਫਾਦਰ ਐਂਡ ਮਦਰ ਹੈਵ ਇੰਸਟਰਕਟਡ ਮੀ ਇਨ ਧਰਮਾ। ਵਟ ਯੂ ਟੈਲ ਮੀ ਇਜ਼ ਟੋਟਲੀ ਅਪੋਜ਼ਡ ਟੂ ਵਟ ਦੇ ਹੈਵ ਟੌਟ ਮੀ। ਜਿਹੜੀ ਗੱਲ ਹੁਣੇ ਤੁਸੀਂ ਕਹੀ ਹੈ ਉਹ ਬਿਲਕੁਲ ਆਪੋਜ਼ਿਟ ਹੈ ਉਸ ਗੱਲ ਦੇ ਜਿਹੜੀ ਮੇਰੇ ਮਦਰ ਅਤੇ ਫਾਦਰ ਨੇ ਮੈਨੂੰ ਦੱਸੀ ਸੀਗੀ ਕਿ ਧਰਮ ਕੀ ਹੁੰਦਾ। ਵੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਇੱਕ ਲੇਡੀ ਦਾ ਧਰਮ ਹੈ ਕਿ ਹਮੇਸ਼ਾ ਦੁੱਖ ਦੇ ਵਿੱਚ, ਚਾਹੇ ਸੁੱਖ ਦੇ ਵਿੱਚ ਹੋਏ ਚਾਹੇ ਦੁੱਖ ਦੇ ਵਿੱਚ, ਹਮੇਸ਼ਾ ਆਪਣੇ ਪਤੀ ਦੇ ਨਾਲ ਹੀ ਰਹਿਣਾ। ਵਟ ਯੂ ਟੈਲ ਮੀ ਇਜ਼ ਟੋਟਲੀ ਅਪੋਜ਼ਡ। ਮਦਰ ਹੈਵ ਇੰਸਟਰਕਟਡ ਮੀ ਇਨ ਧਰਮਾ। ਵਟ ਯੂ ਟੈਲ ਮੀ ਇਜ਼ ਟੋਟਲੀ ਅਪੋਜ਼ਡ ਵਟ ਦੇ ਹੈਵ ਟੌਟ ਮੀ ਟੂ ਗੋ ਵਿਦ ਯੂ ਵੇਅਰ ਐਵਰ ਯੂ ਗੋ ਇਜ਼ ਮਾਈ ਓਨਲੀ ਕੋਰਸ। ਮੇਰਾ ਸਿਰਫ ਇੱਕੋ ਹੀ ਕੰਮ ਹੈ ਕਿ ਜਿੱਥੇ ਤੁਸੀਂ ਜਾਓਗੇ ਮੈਂ ਉੱਥੇ ਤੁਹਾਡੇ ਨਾਲ ਜਾਵਾਂਗੀ। ਇਫ ਯੂ ਮਸਟ ਗੋ ਟੂ ਦ ਫੋਰੈਸਟ ਟੂਡੇ, ਜੇ ਤੁਹਾਨੂੰ ਅੱਜ ਹੀ ਜਾਣਾ ਪਏਗਾ ਜੰਗਲ 'ਚ, ਦੈਨ ਟੂਡੇ ਆਈ ਵਿਲ ਗੋ ਵਿਦ ਯੂ, ਅਤੇ ਮੈਂ ਅੱਜ ਹੀ ਤੁਹਾਡੇ ਨਾਲ ਜਾਵਾਂਗੀ। ਦਿਸ ਇਜ਼ ਨੋ ਰੂਮ ਹੇਅਰ ਫॉर ਐਨੀ ਡਿਸਕਸ਼ਨ। ਮੈਂ ਇਸ ਗੱਲ 'ਤੇ ਕੋਈ ਵੀ ਡਿਸਕਸ਼ਨ ਨਹੀਂ ਕਰਨਾ ਚਾਹੁੰਦੀ। ਡੂ ਨਾਟ ਥਿੰਕ ਦੈਟ ਆਈ ਕੈਨ ਨਾਟ ਬੇਅਰ ਫੋਰੈਸਟ ਲਾਈਫ। ਇਹ ਨਾ ਸੋਚਿਓ ਕਿ ਮੈਂ ਜੰਗਲ ਦੀ ਜਿਹੜੀ ਜ਼ਿੰਦਗੀ ਹੈ ਉਹ ਮੈਂ ਬਰਦਾਸ਼ਤ ਨਹੀਂ ਕਰ ਸਕਾਂਗੀ। ਵਿਦ ਯੂ ਬਾਏ ਮਾਈ ਸਾਈਡ ਇਟ ਵਿਲ ਬੀ ਜੋਇਸ ਹੌਲੀਡੇ। ਜੇ ਤੁਸੀਂ ਮੇਰੇ ਨਾਲ ਹੋ ਤਾਂ ਉਹ ਇੱਕ ਖੁਸ਼ੀ ਭਰੀ ਛੁੱਟੀ ਵਾਂਗ ਹੋਏਗਾ। ਆਈ ਵਿਲ ਨਾਟ ਬੀ ਸੋਰਸ ਆਫ ਟਰਬਲ ਟੂ ਯੂ। ਮੈਂ ਤੁਹਾਨੂੰ ਕਦੀ ਵੀ ਪਰੇਸ਼ਾਨ ਨਹੀਂ ਕਰਾਂਗੀ, ਤੁਹਾਡੀ ਚਿੰਤਾ ਦਾ ਕਾਰਨ ਨਹੀਂ ਬਣਾਂਗੀ। ਆਈ ਵਿਲ ਈਟ ਫਰੂਟਸ ਐਂਡ ਰੂਟਸ ਲਾਈਕ ਯੂ। ਜੋ ਤੁਸੀਂ ਖਾਓਗੇ ਫਰੂਟਸ ਅਤੇ ਜੜੀ ਬੂਟੀਆਂ ਜਾਂ ਫਲ ਜੋ ਵੀ ਤੁਸੀਂ ਖਾਓਗੇ ਉਹੀ ਮੈਂ ਖਾਊਂਗੀ। ਐਂਡ ਆਈ ਵਿਲ ਨਾਟ ਲੈਗ ਬਿਹਾਈਂਡ ਐਜ਼ ਵੀ ਵਾਕ। ਅਤੇ ਮੈਂ ਤੁਹਾਡੇ ਨਾਲ ਕਦੀ ਵੀ ਤੁਹਾਡੇ ਨਾਲ ਨਾਲ ਚੱਲਾਂਗੀ, ਤੁਹਾਡੇ ਤੋਂ ਪਿੱਛੇ ਨਹੀਂ ਰਵਾਂਗੀ। I have long wished to go to the woods with you and rejoice। ਇਹ ਮੇਰੀ ਇੱਛਾ ਹੈਗੀ ਹੈ, ਮੈਂ ਇਹ ਚਾਹੁੰਦੀ ਹਾਂ ਕਿ ਮੈਂ ਵੁੱਡਸ ਮਤਲਬ ਜੰਗਲਾਂ ਦੇ ਵਿੱਚ ਤੁਹਾਡੇ ਨਾਲ ਜਾਵਾਂ ਅਤੇ ਇਹ ਰਿਜੋਇਸ ਕਰਾਂ।